ਇੱਕ ਬਹੁਤ ਹੀ ਛੋਟੇ ਜਿਹੇ ਸੱਦੇ ਤੇ ਐਮਰਜੈਂਸੀ ਹੋਣ ਕਰਕੇ ਜਿਹੜੀ ਸੱਦੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਪਹੁੰਚਣ ਦੇ ਉੱਤੇ ਮੈਂ ਸਾਰੇ ਪ੍ਰੈਸ ਦੇ ਵੀਰਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਪਹੁੰਚੇ ਹੋ ਤੇ ਸਾਨੂੰ ਗੱਲ ਰੱਖਣ ਦਾ ਆਪਣਾ ਮੌਕਾ ਦੇ ਰਹੇ ਹੋ। ਮੇਰੇ ਨਾਲ ਮੇਰੇ ਸਾਥੀ ਕੌਂਸਲਰ ਸਾਹਿਬਾਨ ਸਾਰੇ ਬੈਠੇ ਤੁਸੀਂ ਦੇਖ ਰਹੇ ਹੋ। ਤੇ ਹੁਣ ਮੁੱਦੇ ਦੀ ਗੱਲ ਤੇ ਆਉਂਦੇ ਆ। ਅੱਜ ਮੈਨੂੰ ਐਮਰਜੈਂਸੀ ਦੇ ਵਿੱਚ ਜਿਹੜੀ ਮੀਟਿੰਗ ਆ ਇਹ ਪਲਾਨ ਕਰਨੀ ਪਈ ਆ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਬਹੁਤ ਹੀ ਧੱਕੇਸ਼ਾਹੀ ਵਾਲਾ ਕੰਮ ਜਿਹੜਾ ਉਹ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ, ਜਿਹੜਾ ਕਿ ਮੈਂ ਸਮਝਦਾ ਬਹੁਤ ਮੰਦਭਾਗੀ ਗੱਲ ਆ। ਤੇ ਸ਼ਹਿਰ ਦੇ ਪ੍ਰਧਾਨ ਹੋਣ ਨਾਤੇ ਔਰ ਸ਼ਹਿਰ ਦੇ ਸਾਰੇ ਕੌਂਸਲਰ ਸਾਹਿਬਾਨ ਸ਼ਹਿਰ ਦੇ ਨੁਮਾਇੰਦੇ ਹੋਣ ਨਾਤੇ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਇਹ ਜਿਹੜਾ ਆਪਣਾ ਮੈਸੇਜ ਆ ਉਹ ਪਹੁੰਚਾਈਏ ਨਵਾਂ ਸ਼ਹਿਰ ਦੇ ਸਾਰੇ ਹੀ ਵਾਸੀਆਂ ਤੱਕ। ਔਰ ਜੋ ਵੀ ਇਸ ਵੇਲੇ ਸਾਰਾ ਸਾਡਾ ਟੈਲੀਕਾਸਟ ਦੇਖ ਰਹੇ ਆ, ਮੈਂ ਦੱਸਣਾ ਚਾਹੁੰਦਾ ਕਿ ਅੱਜ ਤੋਂ ਕੁਝ ਚਿਰ ਪਹਿਲਾਂ ਰਾਹੋਂ ਰੋਡ ਦੇ ਉੱਤੇ ਜਿਹੜੀ DC ਸਾਹਿਬ ਨੇ ਇੱਕ ਨਜਾਇਜ਼ ਉਸਾਰੀ ਸੀ ਉਹਨੂੰ ਢਾਇਆ ਸੀ। ਉਸ ਵੇਲੇ ਅਸੀਂ ਸਾਰਿਆਂ ਨੇ ਸਾਰੇ ਸਾਥੀ ਕੌਂਸਲਰ ਸਾਹਿਬਾਨ ਨੇ DC ਸਾਹਿਬ ਦਾ ਧੰਨਵਾਦ ਵੀ ਕੀਤਾ ਸੀ ਕਿਉਂਕਿ ਉਹ ਉਸਾਰੀ ਜਿਹੜੀ ਸੀ ਬਿਨਾਂ ਮਨਜ਼ੂਰੀ ਤੋਂ, ਬਿਨਾਂ ਪ੍ਰਵਾਨਗੀ ਤੋਂ, ਬਿਨਾਂ ਨਕਸ਼ਾ ਪਾਸ ਕਰਵਾਏ ਉਹ ਹੋ ਰਹੀ ਸੀ। ਤੇ ਉਹਦੇ ਹੋਰ ਵੀ ਕਈ ਫੈਕਟ ਸੀ ਜਿਹਦੇ ਕਰਕੇ ਉਹ ਕੰਮ ਉਸ ਵੇਲੇ ਹੋਇਆ ਸੀ। ਤੇ ਹੁਣ 8 ਮਾਰਚ ਤੋਂ ਹੋਲੀ ਵਾਲੇ ਦਿਨ ਤੋਂ ਜਿੱਦਣ ਛੁੱਟੀ ਸੀ ਸਰਕਾਰੀ, ਉਸ ਦਿਨ ਤੋਂ ਹੀ ਉੱਥੇ ਉਸ ਜਗ੍ਹਾ ਦੇ ਉੱਤੇ ਮੁੜ ਕੇ ਦੁਬਾਰਾ ਤੋਂ ਉਸਾਰੀ ਜਿਹੜੀ ਉਹ ਸ਼ੁਰੂ ਹੋ ਗਈ ਆ। ਤੇ ਉਸ ਉਸਾਰੀ ਵਾਸਤੇ ਕੋਈ ਵੀ ਜਿਹੜਾ ਪ੍ਰਵਾਨਗੀ ਆ ਕਮੇਟੀ ਘਰ ਤੋਂ ਜਿਹੜੀ ਲੈਣੀ ਹੁੰਦੀ ਨਕਸ਼ਾ ਪਾਸ ਕਰਨ ਦੀ, ਉਹ ਹਾਲੇ ਤੱਕ ਨਹੀਂ ਹੋਈ। ਤੇ ਔਰ ਜਿਹੜਾ ਮੇਨ ਫੈਕਟ ਹੈ ਜਿਹਦੇ ਕਰਕੇ ਆਪਾਂ ਇਹ ਕਰਨਾ ਜ਼ਰੂਰੀ ਸਮਝਦੇ ਹਾਂ ਮੈਸੇਜ ਪਹੁੰਚਾਉਣਾ, ਮੇਨ ਫੈਕਟ ਇਹ ਆ ਕਿ ਜਿਹੜੀ ਉਸ ਜਗ੍ਹਾ ਦੇ ਨਾਲ ਜਿਸ ਜਗ੍ਹਾ 'ਚੋਂ ਕਬਜ਼ਾ ਕਰ ਰਿਹਾ, ਸਾਨੂੰ ਪੂਰਾ ਜਿਹੜਾ ਡਾਊਟ ਆ ਕਿ ਉਹ 'ਚ ਸਾਡੀ ਜਗ੍ਹਾ ਵੀ ਜਿਹੜੀ ਨਗਰ ਕੌਂਸਲ ਦੀ ਜਗ੍ਹਾ ਦੇ ਨੰਬਰ ਆ ਫਰੰਟ ਦੇ ਉੱਤੇ ਰਾਹੋਂ ਰੋਡ ਦੇ ਉੱਤੇ, ਉਹ ਵੀ ਸ਼ਾਇਦ ਉਹਦੇ ਵਿੱਚ ਆਉਂਦੇ ਹੋਣ। ਆਪਾਂ ਸਾਡਾ 1 ਨਾਲ 14 ਮਰਲੇ ਦਾ ਜਿਹੜਾ ਰਕਬਾ ਨਵਾਂ ਸ਼ਹਿਰ ਰਾਹੋਂ ਰੋਡ ਦੇ ਉੱਤੇ ਪਿਆ ਆ, ਮੈਂ ਤੁਹਾਨੂੰ ਉਹਦਾ ਫਰਦ ਵੀ ਦਿਖਾਊਂਗਾ, ਬਾਅਦ 'ਚੋਂ ਸ਼ੋਅ ਕਰੂੰਗਾ। ਤੇ ਉਸ ਰਕਬੇ ਦੀ ਨਿਸ਼ਾਨਦੇਹੀ ਵਾਸਤੇ ਅਸੀਂ ਸਾਰੇ ਕੌਂਸਲਰ ਸਾਹਿਬਾਨਾਂ ਨੇ DC ਸਾਹਿਬ ਕੋਲ, ਜਿਹੜਾ ਅੱਜ ਤੋਂ ਕੁਝ ਮਹੀਨੇ ਪਹਿਲੇ ਲਗਭਗ ਮੇਰੇ ਖਿਆਲ 7-8 ਮਹੀਨੇ ਤਾਂ ਹੋ ਹੀ ਗਏ ਆ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੀ ਨਿਸ਼ਾਨਦੇਹੀ 1 ਨਾਲ 14 ਮਰਲੇ ਰਕਬੇ ਦੀ ਕਰਾਈ ਜਾਵੇ। ਤੇ ਉਹ ਨਿਸ਼ਾਨਦੇਹੀ ਜਿਹੜੀ ਆ ਉਹ ਅੱਜ ਤੱਕ ਨਹੀਂ ਹੋ ਪਾਈ। ਉਸ ਤੋਂ ਬਾਅਦ ਵੀ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲਦੇ ਰਹੇ। ਮੈਂ ਈਵਨ ਸੁਵਿਧਾ ਸੈਂਟਰ ਜਿਹੜੀ ਫੀਸ ਜਮ੍ਹਾਂ ਹੋਣੀ ਹੁੰਦੀ ਆ ਉਹ ਵੀ ਕਰਾਈ ਹੋਈ ਆ, ਪਰ ਅੱਜ ਤੱਕ ਜਿਹੜੀ ਸਾਡੀ ਨਿਸ਼ਾਨਦੇਹੀ ਆ 1 ਨਾਲ 14 ਮਰਲੇ ਦੀ, ਜਿਹੜੀ ਮੈਂ ਸਮਝਦਾ ਕਿ ਕਰੋੜਾਂ ਦੀ ਜਗ੍ਹਾ ਆ ਨਗਰ ਕੌਂਸਲ ਦੀ, ਉਹ ਨਿਸ਼ਾਨਦੇਹੀ ਨਹੀਂ ਹੋ ਪਾਈ। ਸਾਡੀ ਨਿਸ਼ਾਨਦੇਹੀ ਹੋ ਨਹੀਂ ਪਾਈ। ਔਰ ਜੋ ਹੁਣ ਉੱਥੇ ਪ੍ਰਾਈਵੇਟ ਬੰਦਾ ਇੱਕ ਕਬਜ਼ਾ ਕਰ ਰਿਹਾ, ਉਹ ਕਹਿੰਦਾ ਮੇਰੀ ਤਾਂ ਨਿਸ਼ਾਨਦੇਹੀ DC ਸਾਹਿਬ ਨੇ ਕਰਵਾ ਦਿੱਤੀ ਆ। ਮੈਂ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਆ ਪ੍ਰਸ਼ਾਸਨ ਅੱਗੇ ਕਿ ਜੇ ਤੁਸੀਂ ਉੱਥੇ ਕੋਈ ਨਿਸ਼ਾਨਦੇਹੀ ਕਰਵਾਉਣੀ ਸੀ, ਜਿਹੜੀ ਮੈਂ ਸਮਝਦਾ ਕਿ ਪਤਾ ਨਹੀਂ ਕਿਸ ਢੰਗ ਨਾਲ ਕਰਵਾਈ ਗਈ ਹੋਊਗੀ, ਕਿ ਜਿਹੜੇ ਨਾਲ ਲੱਗਦੇ ਆ ਜਾਂ ਜਿਹੜੇ ਉਹਦੇ ਕੋ ਸ਼ੇਅਰਰ ਸੀ, ਇੱਕ ਰਕਬਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ 1880 ਖਸਰਾ ਨੰਬਰ ਆ, ਲੜੋਈਆ ਪਰਿਵਾਰ ਦਾ ਉਹ ਮੇਰੇ ਖਿਆਲ ਗੈਰ ਮੁਮਕਿਨ ਤਲਾਬ ਦਾ ਉਹ ਨੰਬਰ ਆ। ਉਹਦੇ ਵਿੱਚ ਲਗਭਗ ਮੇਰੇ ਖਿਆਲ 58 ਜਾਂ 60, ਮੈਨੂੰ ਐਗਜ਼ੈਕਟ ਨਹੀਂ ਪਤਾ, ਉਹ 'ਚ ਮਾਲਕ ਆ, ਉਹਦੀ ਕੋਈ ਤਕਸੀਮ ਨਹੀਂ ਹੋਈ। ਔਰ ਜਿਹੜਾ ਲੜੋਈਆ ਪਰਿਵਾਰ ਦਾ ਮੰਦਿਰ ਆ ਉਹਦੇ ਨਾਲ ਉਹ ਬਿਲਕੁਲ ਲੱਗਦਾ ਤਲਾਬ, ਅੱਜ ਵੀ ਉੱਥੇ ਪੌੜੀਆਂ ਦੇ ਨਿਸ਼ਾਨ ਤੁਹਾਨੂੰ ਦਿਖੂਗੇ। ਲੜੋਈਆ ਪਰਿਵਾਰ ਦਾ ਤਲਾਬ ਆ, ਸਾਂਝੇ ਨੰਬਰ ਆ, ਕੋਈ ਤਕਸੀਮ ਨਹੀਂ ਹੋਈ। ਉਹਦੇ ਉੱਤੇ ਕੋਈ ਪ੍ਰਾਈਵੇਟ ਬੰਦਾ ਜਿਹੜਾ ਉਹਦਾ ਸਾਰਾ ਫਰੰਟ ਜਿਹੜਾ ਮੱਲਣਾ ਚਾਹ ਰਿਹਾ, ਉਹਦੇ ਉੱਤੇ ਕਬਜ਼ਾ ਕਰ ਰਿਹਾ। ਔਰ ਉਹਦੇ ਬਿੱਲ ਜਿਹੜੇ 1880 ਨੰਬਰ ਆ ਉਹਦੇ ਨਾਲ ਹੀ ਸਾਡਾ ਨਗਰ ਕੌਂਸਲ ਦਾ ਨੰਬਰ ਲੱਗਦਾ 1 ਨਾਲ 14 ਮਰਲੇ ਦਾ, ਜਿਹੜਾ ਮੈਂ ਤੁਹਾਨੂੰ ਦੱਸਿਆ ਉਹਦਾ ਖਸਰਾ ਨੰਬਰ ਹੈ ਮੇਰੇ ਖਿਆਲ, ਜੇ ਤੁਸੀਂ 1 ਸੈਕਿੰਡ, 35 ਉਹਦਾ ਨੰਬਰ ਹੈ ਜੀ 3583/1873 1 ਨਾਲ 14 ਮਰਲੇ। ਹੁਣ ਸਾਨੂੰ ਪੂਰਾ ਡਾਊਟ ਆ ਕਿ ਕਿਉਂਕਿ ਸਾਡੀ ਨਿਸ਼ਾਨਦੇਹੀ ਨਹੀਂ ਹੋਈ, ਸਾਡੇ ਲਗਭਗ ਜਿਹੜਾ ਫਰੰਟ ਆ ਨਗਰ ਕੌਂਸਲ ਦਾ ਇਹਨਾਂ 1 ਨਾਲ 14 ਮਰਲੇ ਨੂੰ,
ਤੇ ਉਹ ਵਿੱਚ ਕਬਜ਼ਾ ਹੋ ਰਿਹਾ ਲੱਗਦਾ ਆ। ਤੇ ਡੀਸੀ ਸਾਹਿਬ ਨੇ ਵਾਰ ਬੇਨਤੀ ਕੀਤੀ ਕਿ ਪਹਿਲਾਂ ਸਾਡੀ ਨਿਸ਼ਾਨਦੇਹੀ ਕਰਾ ਦਿਓ, ਉਸ ਤੋਂ ਬਾਅਦ ਜਿਹੜਾ ਜੋ ਕਰਦਾ ਕਰੇ, ਸਾਨੂੰ ਕੋਈ ਫਰਕ ਨਹੀਂ ਹੈ। ਕਿਉਂਕਿ ਅਸੀਂ ਕਿਸੇ ਵੀ ਪ੍ਰਾਈਵੇਟ ਬੰਦੇ ਨੂੰ ਜਾਂ ਕਿਸੇ ਦੀ ਵੀ ਪ੍ਰਾਪਰਟੀ ਹੋਵੇ, ਜੇ ਉਹ ਕਹਿੰਦਾ ਕਿ ਮੈਂ ਰਜਿਸਟਰੀ ਕਰਾਈ ਆ, ਜਿਹਨੂੰ ਹਲੇ ਉਹ ਵੀ ਮੇਰੇ ਖਿਆਲ ਚੈਲੰਜੇਬਲ ਆ, ਚਲੋ ਉਹ ਇੱਕ ਅਲੱਗ ਮੈਟਰ ਆ, ਕਿਉਂਕਿ ਪਹਿਲਾਂ ਉਸ ਪ੍ਰਾਈਵੇਟ ਬੰਦੇ ਨੇ ਇੱਕ ਰਜਿਸਟਰੀ ਕਰਾਈ ਸੀ, ਉਹ 'ਚ ਗਲਤ ਸਾਈਡਾਂ ਪਈਆਂ ਹੋਈਆਂ ਸੀ। ਉਸ ਤੋਂ ਬਾਅਦ ਉਹ ਆਪਣੇ ਕਿਸੇ ਹੋਰ ਰਿਸ਼ਤੇਦਾਰ ਦੇ ਨਾਮ ਟਰਾਂਸਫਰ ਕਰਤੀ, ਔਰ ਉਹ ਟਰਾਂਸਫਰ ਜਦੋਂ ਰਜਿਸਟਰੀ ਹੋਈ ਤੇ ਉਹਦੀਆਂ ਸਾਈਡਾਂ ਵੀ ਬਦਲੀਆਂ ਗਈਆਂ। ਔਰ ਮੈਂ ਹੈਰਾਨ ਆ ਪ੍ਰਸ਼ਾਸਨ ਤੋਂ ਕਿ ਉਹ ਜਦੋਂ ਉਹਨਾਂ ਨੇ ਉਹ ਰਜਿਸਟਰੀ ਜਿਹੜੀ ਦੂਜੀ ਹੋਈ ਉਹ ਚੈੱਕ ਵੀ ਨਹੀਂ ਕੀਤੀ ਕਰਨ ਲੱਗਿਆ ਨੇ ਕਿ ਪਹਿਲੀਆਂ ਦੀਆਂ ਕੀ ਸਾਈਡਾਂ ਪਈਆਂ, ਦੂਜੀ ਰਜਿਸਟਰੀ ਦੀਆਂ ਕਿਆ ਸਾਈਡਾਂ ਪਈਆਂ। ਚਲੋ ਇਹ ਮੈਟਰ ਜਾਂ ਕੋਰਟ ਦਾ ਹੋਊਗਾ ਜਾਂ ਪ੍ਰਸ਼ਾਸਨ ਨੇ ਦੇਖਣਾ ਹੋਊਗਾ। ਹੁਣ ਮੈਟਰ ਆ ਗਿਆ ਨਗਰ ਕੌਂਸਲ ਦੇ ਹਿੱਤਾਂ ਦਾ। ਸਾਡਾ ਮੈਟਰ ਇਹ ਆ ਕਿ ਜਦ ਤੱਕ ਸਾਡੀ ਨਿਸ਼ਾਨਦੇਹੀ ਨਹੀਂ ਹੁੰਦੀ ਨਗਰ ਕੌਂਸਲ ਦੀ, ਉੱਥੇ ਕੋਈ ਵੀ ਕਬਜ਼ਾ ਜਾਂ ਕੋਈ ਉਸਾਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਸਾਡੀ ਕਰੋੜਾਂ ਦੀ ਜਗ੍ਹਾ ਉਹ ਦੱਬ ਨਹੀਂ ਹੋਣੀ ਚਾਹੀਦੀ। ਪੁਰਾਣਾ ਜਿਹੜਾ ਪਾਸਟ ਰਿਹਾ, ਆਪਾਂ ਦੇਖਿਆ ਕਿ ਕਾਫੀ ਨਜਾਇਜ਼ ਕਬਜ਼ੇ ਜਿਹੜੇ ਆ ਨਗਰ ਕੌਂਸਲ ਦੀ ਪ੍ਰਾਪਰਟੀਆਂ ਤੇ ਹੋਏ ਆ। ਔਰ ਦੂਸਰਾ ਪੁਆਇੰਟ ਇਹ ਆ ਕਿ ਬਿਨਾਂ ਨਕਸ਼ਾ ਪਾਸ ਕੀਤੇ ਇਹ ਕੰਮ ਜਿਹੜਾ ਉਹ ਚੱਲ ਰਿਹਾ। ਅਸੀਂ 8 ਤਰੀਕ ਤੋਂ ਹੀ ਪੂਰਾ ਜ਼ੋਰ ਲਾਇਆ ਹੋਇਆ ਪ੍ਰਸ਼ਾਸਨ ਅੱਗੇ, ਡੀਸੀ ਸਾਹਿਬ ਨੂੰ ਬੇਨਤੀ ਕਰ ਚੁੱਕੇ, ਏਡੀਸੀ ਸਾਹਿਬ ਨੂੰ ਬੇਨਤੀ ਕਰ ਚੁੱਕੇ, ਈਵਨ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਇਸ ਵੇਲੇ, ਜ਼ਿਲ੍ਹਾ ਪ੍ਰਧਾਨ ਸ਼੍ਰੀ ਸਤਨਾਮ ਜਲਾਲਪੁਰ ਜੀ, ਉਸ ਤੋਂ ਬਾਅਦ ਚੇਅਰਮੈਨ ਇੰਪਰੂਵਮੈਂਟ ਟਰਸਟ ਸ਼੍ਰੀ ਸਤਨਾਮ ਜਲਵਾਹਾ ਜੀ, ਉਹਨਾਂ ਨੂੰ ਵੀ ਮੈਂ ਜਿਹੜੇ ਆ ਆਪਣੇ ਵੱਲੋਂ ਮੈਸੇਜ ਦੇ ਥਰੂ ਕੰਪਲੇਂਟਸ ਜਿਹੜੀਆਂ ਇਹ ਪਾਈਆਂ ਹੋਈਆਂ, ਡੀਸੀ ਸਾਹਿਬ ਨੂੰ ਭੇਜੀਆਂ ਹੋਈਆਂ, ਏਡੀਸੀ ਸਾਹਿਬ ਨੂੰ ਭੇਜੀਆਂ ਹੋਈਆਂ। ਈਵਨ ਜਦੋਂ ਫਿਰ ਪਿਛਲੇ 1-2 ਦਿਨਾਂ ਜਦੋਂ 8 ਤਰੀਕ ਤੋਂ ਬਾਅਦ ਮੈਂ ਦੇਖਿਆ ਕਿ ਕੋਈ ਕਾਰਵਾਈ ਨਹੀਂ ਹੋ ਰਹੀ, ਪ੍ਰਸ਼ਾਸਨ ਇਹਨੂੰ ਨਹੀਂ ਰੋਕ ਰਿਹਾ, ਮੈਨੂੰ ਨਹੀਂ ਪਤਾ ਕਿ ਕਿਸ ਬੰਦੇ ਦਾ ਉਹ ਇੱਦਾਂ ਦਬਾਅ ਪਿਆ ਹੋਇਆ, ਕਿ ਕੋਈ ਸਰਕਾਰ ਦਾ ਦਬਾਅ ਪੈ ਰਿਹਾ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕੀ ਹੋ ਰਿਹਾ ਕਿ ਕੋਈ ਰੋਕ ਹੀ ਨਹੀਂ ਰਿਹਾ ਨਜਾਇਜ਼ ਕੰਮ ਨੂੰ। ਤਾਂ ਫਿਰ ਮੈਨੂੰ ਅਖੀਰ ਜਿਹੜੀ ਆ ਮੇਲ ਕਰਨੀ ਪਈ ਆ। ਉਹ ਮੈਂ ਮੇਲ ਕੀਤੀ ਆ ਆਪਣੇ ਚੀਫ ਸੈਕਟਰੀ ਸਾਹਿਬ ਨੂੰ, ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਆ ਮਿਤੀ 10 ਤਰੀਕ ਨੂੰ ਜਦੋਂ ਮੈਂ ਦੇਖ ਲਿਆ ਕਿ 8 ਤਰੀਕ ਦੀ ਉਸਾਰੀ ਸ਼ੁਰੂ ਹੋਈ ਹੈ, 9 ਤਰੀਕ ਸਾਰਾ ਦਿਨ ਲੰਘਾਤਾ ਅਧਿਕਾਰੀਆਂ ਨੇ, ਕੋਈ ਕਾਰਵਾਈ ਨਹੀਂ ਹੋ ਰਹੀ, ਬਾਰ-ਬਾਰ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਤੇ 10 ਤਰੀਕ ਨੂੰ ਮੈਂ ਜਿਹੜੀ ਵੈਰੀ ਅਰਜੈਂਟ ਮੈਟਰ ਦਾ ਟੌਪਿਕ ਰੱਖ ਕੇ ਇਹ ਡਾਇਰੈਕਟਰ ਸਾਹਿਬ ਨੂੰ, CVO ਜਿਹੜੇ ਸਾਹਿਬ ਆ ਸਾਡੇ ਸਥਾਨਕ ਸਰਕਾਰ ਦੇ, ਡਿਪਟੀ ਕਮਿਸ਼ਨਰ ਸਾਹਿਬ, ADC ਸਾਹਿਬ, ਆਪਣੇ EO ਸਾਹਿਬ, ME ਸਾਹਿਬ, ਔਰ ਜਿਹੜੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਮੇਲ ਸੀ, ਇਹ ਮਾਨਯੋਗ ਪ੍ਰਮੁੱਖ ਸਕੱਤਰ ਜਿਹੜੇ ਪੰਜਾਬ ਸਰਕਾਰ, ਉਹਨਾਂ ਨੂੰ ਕੰਪਲੇਂਟ ਇਹਦੀ ਪਾ ਦਿੱਤੀ। ਦਿਖਾ ਦਿਓ ਸਰ ਮੜੀ ਮੇਲ। ਆ ਮੇਲ ਆ, ਮੈਂ ਤੁਹਾਨੂੰ ਸਾਰਿਆਂ ਨੂੰ ਇਹ ਫਾਰਵਰਡ ਕਰ ਦਊਂਗਾ ਆਫਟਰ ਪ੍ਰੈਸ ਕਾਨਫਰੰਸ। ਤੇ ਇਹਦੇ ਸੰਬੰਧ ਚ ਕੋਈ ਮੀਟਿੰਗ ਰੱਖੀ ਹੈ ਨਗਰ ਕੌਂਸਲ? ਹਾਂਜੀ, ਮੈਂ ਇਹੀ ਦੱਸਣ ਜਾ ਰਿਹਾ ਸੀ। ਉਸ ਤੋਂ ਬਾਅਦ ਅਸੀਂ ਮੈਂ ਜਿਹੜਾ ਆ ਸਪੈਸ਼ਲ ਮੀਟਿੰਗ ਵੀ ਜਿਹੜੀ ਆ ਉਹਦਾ ਏਜੰਡਾ ਵੀ ਕੱਲ ਜਾਰੀ ਕਰ ਦਿੱਤਾ, ਤੇ ਆਪਾਂ ਸੋਮਵਾਰ ਨੂੰ ਸਵੇਰੇ 9:30 ਵਜੇ ਜਿਹੜੀ ਆ ਇਹ ਮੀਟਿੰਗ ਰੱਖੀ ਆ ਹਾਊਸ ਦੀ। ਹਾਊਸ ਤੋਂ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਆ ਉਹ ਵੀ ਇਹਦੇ ਵਿੱਚ ਹਿੱਸਾ ਲਊਗੇ। ਸਾਰਿਆਂ ਨੂੰ ਮੈਂ ਜਿਹੜਾ ਏਜੰਡੇ ਦੀ ਕਾਪੀ ਉਹ ਜਾ ਚੁੱਕੀ ਆ, ਔਰ ਸਾਰਿਆਂ ਨੂੰ ਰਿਕੁਐਸਟ ਵੀ ਕਰਦਾ, ਤੁਹਾਡੇ ਥਰੂ ਵੀ ਕਰਦਾ ਕਿ ਇਹ ਸਾਡੇ ਸ਼ਹਿਰ ਦਾ ਇੱਕ ਮਸਲਾ, ਸਾਂਝਾ ਮਸਲਾ, ਸ਼ਹਿਰ ਦੀ ਪ੍ਰਾਪਰਟੀ, ਮਿਊਨਿਸਪੈਲਿਟੀ ਦੀ ਪ੍ਰਾਪਰਟੀ, ਆਪਾਂ ਇਹਦੀ ਰਾਖੀ ਕਰੀਏ ਤਾਂ ਕਿ ਇਹਦੇ ਤੇ ਕੋਈ ਨਜਾਇਜ਼ ਕਬਜ਼ਾ ਨਾ ਹੋ ਜਾਵੇ। ਕਰੋੜਾਂ ਦੀ ਪ੍ਰਾਪਰਟੀ ਆ, ਆਪਾਂ ਇਹਨੂੰ ਬਚਾਈਏ। ਸੋ ਇਹ ਮੇਲ ਹੋਣ ਤੋਂ ਬਾਅਦ ਵੀ ਹਲੇ ਤੱਕ ਜਿਹੜੀ ਆ ਕਾਰਵਾਈ, ਮੈਂ ਤੁਹਾਨੂੰ ਦੱਸਦਾ ਕਿ ਸਾਡੇ ਅਧਿਕਾਰੀ ਜਿਹੜੇ ਸੀ ਨਗਰ ਕੌਂਸਲ ਦੇ, ਉਹ ਇਹ ਕਹਿ ਰਹੇ ਸੀ ਕਿ ਕਿਉਂਕਿ ਜਦੋਂ ਪਿਛਲੀ ਵਾਰ DC ਸਾਹਿਬ ਨੇ ਇਹ ਢਾਇਆ ਸੀ ਤੇ ਉਹ ਪ੍ਰਾਈਵੇਟ ਵਿਅਕਤੀ ਜਿਹੜਾ ਸੀ ਉਹ ਹਾਈ ਕੋਰਟ ਵਿੱਚ ਉਹਨੇ ਕੰਪਲੇਂਟ ਪਾਤੀ ਸੀ ਕਿ ਬਿਨਾਂ ਨੋਟਿਸ ਤੋਂ ਢਾਇਆ। ਉਹ 'ਚ ਕਾਫੀ ਜਣਿਆਂ ਨੂੰ ਉਹਨਾਂ ਨੇ ਪਾਰਟੀ ਬਣਾਇਆ ਸੀ, ਇਨਕਲੂਡਿੰਗ ਮੈਨੂੰ ਵੀ ਉਹਨਾਂ ਨੇ ਪਾਰਟੀ ਬਣਾਇਆ ਸੀ। ਤੇ ਉਹਦੇ ਵਿੱਚ ਜਿਹੜਾ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਸੀ, ਮਾਨਯੋਗ ਹਾਈ ਕੋਰਟ ਨੇ, ਕਿ ਉਹਨਾਂ ਨੇ ਉਹ ਕੇਸ ਜਿਹੜਾ ਡਿਸਪੋਜ਼ ਕਰਤਾ ਸੀ ਔਨ ਦਾ ਉਸ ਸ਼ਰਤ ਦੇ ਉੱਤੇ ਕਿ ਜਿਹੜੇ ਸਾਡੇ ਚੀਫ ਸੈਕਟਰੀ ਸਾਹਿਬ ਆ ਉਹ ਇੱਕ ਸਪੀਕਿੰਗ ਆਰਡਰ ਪਾਸ ਕਰੂਗੇ, ਉਹ ਫੈਸਲਾ ਕਰੂਗੇ ਕਿ ਇਸ ਬਾਰੇ ਕੀ ਹੋਣਾ ਚਾਹੀਦਾ, ਜਿਹੜਾ ਕਿ 12 ਹਫ਼ਤਿਆਂ ਦਾ ਜਿਹੜਾ ਉਹਨਾਂ ਨੇ ਸਮਾਂ ਦਿੱਤਾ ਸੀ ਕੋਰਟ ਨੇ। ਔਰ ਜਿਹੜਾ ਮੇਰੇ ਖਿਆਲ 'ਚ ਮੈਨੂੰ ਤਰੀਕ ਐਗਜ਼ੈਕਟ ਨਹੀਂ ਯਾਦ, 23 ਜਾਂ 27 ਮਾਰਚ ਤੱਕ ਉਹ ਕੰਪਲੀਟ ਹੋਣਾ। ਔਰ ਹਾਲੇ ਤੱਕ ਹਾਲੇ ਉਹਦਾ ਟਾਈਮ ਹੈ ਸਪੀਕਿੰਗ ਆਰਡਰਾਂ ਦਾ।
ਉਸ ਸਪੀਕਿੰਗ ਆਰਡਰਾਂ ਨੂੰ ਸੁਣੇ ਤੋਂ ਬਿਨਾ ਇਹ ਵਿਅਕਤੀ ਜਿਹੜਾ 8 ਮਾਰਚ ਤੋਂ, ਇੱਕ ਤਰ੍ਹਾਂ ਮੈਂ ਸਮਝਦਾ ਕਿ ਇਹ ਮਾਨਯੋਗ ਹਾਈ ਕੋਰਟ ਦੇ ਵੀ ਆਰਡਰਾਂ ਦੀ ਜਿਹੜੀ ਆ ਖਿਲਾਫਤ ਆ ਕਿ ਉਹ ਹਲੇ ਤੱਕ ਵੇਟ ਨਹੀਂ ਕੀਤੀ ਉਹਨਾਂ ਨੇ ਸਪੀਕਿੰਗ ਆਰਡਰਾਂ ਦੀ, ਤੇ ਉਹ ਜਿਹੜੀ ਨਜਾਇਜ਼ ਉਸਾਰੀ ਸ਼ੁਰੂ ਵੀ ਕਰ ਲਈ। ਔਰ ਮੈਂ ਸਮਝਦਾ ਜੇ ਆਰਡਰ ਪਾਸ ਵੀ ਹੋ ਜਾਂਦੇ ਆ, ਆਰਡਰਾਂ ਤੋਂ ਬਾਅਦ ਵੀ ਨਕਸ਼ਾ ਪਾਸ ਕਰਾਉਣਾ ਬਹੁਤ ਜ਼ਰੂਰੀ ਆ। ਨਕਸ਼ਾ ਪਾਸ ਨਹੀਂ ਹੋਇਆ, ਕੋਈ CLU ਨਹੀਂ, ਕੋਈ ਨਕਸ਼ਾ ਪਾਸ ਨਹੀਂ, ਤਾਂ ਉਹ ਤੋਂ ਬਿਨਾਂ ਨਜਾਇਜ਼ ਜਿਹੜੀ ਨਜਾਇਜ਼ ਉਸਾਰੀ ਉਹ ਧੜਾ-ਧੜ ਹੋ ਰਹੀ ਆ। ਮੈਂ ADC ਸਾਹਿਬ ਨਾਲ ਦੇ ਧਿਆਨ 'ਚ ਵੀ ਲਿਆਂਦਾ, DC ਸਾਹਿਬ ਦੇ ਲਿਆਂਦਾ, ਉਹਨਾਂ ਨੂੰ ਮੇਰੇ ਖਿਆਲ ਜਿਨ੍ਹਾਂ ਨੂੰ ਮੈਂ ਕੰਪਲੇਂਟ ਪਾਈ ਸੀ ਉਹਨਾਂ ਨੇ ਵੀ ਆਪਣੇ ਵੱਲੋਂ ਜਿਹੜੇ ਸਰਕਾਰ ਦੇ ਨੁਮਾਇੰਦੇ ਸੀ, ਜ਼ਿਲ੍ਹਾ ਪ੍ਰਧਾਨ ਜੀ, ਉਹਨਾਂ ਨੇ ਵੀ ਮੇਰੇ ਖਿਆਲ ਗੱਲ ਕੀਤੀ ਸੀ ਉਹਨਾਂ ਦੇ ਨਾਲ। ਪਰ ਹਾਲੇ ਤੱਕ ਸਾਨੂੰ ਜਿਹੜਾ ਕੁਇਕ ਐਕਸ਼ਨ ਜਿਹੜਾ ਹੋਣਾ ਚਾਹੀਦਾ ਸੀ, ਜਿੱਦਾਂ ਕਹਿੰਦੇ ਆ ਨਾ ਕਿ ਤਾਂ ਇੱਕ ਆਪਾਂ ਪੜ੍ਹਦੇ ਹੁੰਦੇ ਸੀ ਜਦੋਂ ਮੈਂ MBA ਕਰਦਾ ਸੀ, ਤੇ ਉਹਦੇ ਵਿੱਚ ਮੈਂ ਸੁਣਿਆ ਸੀ ਕਹਿੰਦੇ ਕਿ ਟਾਈਮ ਇਜ਼ ਦ ਐਸੈਂਸ ਆਫ ਐਨੀ ਕੰਟਰੈਕਟ। ਇੱਦਾਂ ਹੀ ਕਿਸੇ ਐਮਰਜੈਂਸੀ ਵਾਸਤੇ ਇੱਕ ਟਾਈਮ ਦੀ ਲਿਮਿਟ ਹੁੰਦੀ ਆ ਜਦੋਂ ਕੋਈ ਐਮਰਜੈਂਸੀ ਨੇਚਰ ਦਾ ਕੰਮ ਆਉਂਦਾ। ਜੇ ਅਸੀਂ ਉਹ ਟਾਈਮ ਹੀ ਟਪਾ ਦੇਵਾਂਗੇ, ਜਾਨੂੰ ਕਬਜ਼ਾ ਕਰਕੇ ਅਗਲਾ ਉਹਦੇ ਛੱਤ ਹੀ ਲਾਊਗਾ, ਜੇ ਉਹ ਸਾਡੇ ਐਕਸ਼ਨ ਉਸ ਤੋਂ ਬਾਅਦ ਹੋਊਗੇ ਤਾਂ ਮੈਂ ਸਮਝਦਾ ਉਹਦਾ ਕੋਈ ਵੀ ਫਾਇਦਾ ਨਹੀਂ ਹੈ। ਪਹਿਲਾਂ ਤਾਂ ਸਾਡੇ ਮਾਨਯੋਗ ਜਿਹੜੇ EO ਸਾਹਿਬ ਆ, ਇਹਨਾਂ ਨੇ ਕਿਹਾ ਕਿ ਅਸੀਂ ਬਿਨਾਂ ਲੀਗਲ ਐਡਵਾਈਜ਼ਰ ਦੀ ਰਾਏ ਤੋਂ ਇਹ ਆਪਾਂ ਉਹਨਾਂ ਨੂੰ ਰੋਕਣਾ ਨਹੀਂ ਹੈ। ਤੋ 8 ਤਰੀਕ ਦਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ। ਇਹਨਾਂ ਨੇ ਮੈਂ ਉਹਨਾਂ ਨੂੰ ਸਮਝਾਇਆ ਵੀ, ਮੈਂ ਕਿਹਾ ਜੇ ਆਪਾਂ ਲੀਗਲ ਐਡਵਾਈਜ਼ਰ ਤੋਂ ਐਡਵਾਈਜ਼ ਲੈਣੀ ਤਾਂ ਆਪਾਂ ਉਹਨਾਂ ਨੂੰ ਦੱਸੀਏ ਕਿ ਐਮਰਜੈਂਸੀ ਨੇਚਰ ਦਾ ਕੰਮ ਆ, ਆਪਾਂ ਉਹਨੂੰ ਜਲਦੀ ਲਈਏ। ਪਰ ਉਹ ਲੀਗਲ ਐਡਵਾਈਜ਼ਰ ਸਾਹਿਬ ਦੀ ਰਾਏ ਲੇਟ ਹੁੰਦੇ ਹੁੰਦੇ ਕੱਲ ਜਾ ਕੇ ਆਈ ਆ ਜੀ, ਕੱਲ ਆਈ ਆ। ਔਰ ਉਹੀ ਗੱਲ ਆ ਗਈ ਕਿ ਟਾਈਮ ਲਿਮਿਟ ਫਿਰ ਜਿਹੜੀ ਆ ਉਹ ਕ੍ਰਾਸ ਹੋ ਗਈ, ਉਨੇ ਚਿਰ ਤੋਂ ਅਗਲਾ ਕਬਜ਼ਾ ਕਰ ਰਿਹਾ। ਚਲੋ ਕੱਲ ਆ ਗਈ, ਕੱਲ ਸਾਡੇ EO ਸਾਹਿਬ ਨੇ 195 ਦਾ ਨੋਟਿਸ ਵੀ ਜਾਰੀ ਕਰ ਦਿੱਤਾ ਉਸ ਬੰਦੇ ਨੂੰ, ਤੇ ਸਾਨੂੰ ਰਾਹਤ ਹੋਈ ਕਿ ਸ਼ਾਇਦ ਹੁਣ ਰੁਕ ਜਾਊਗਾ ਕੰਮ, ਕਿਉਂਕਿ ਨੋਟਿਸ ਹੋ ਗਿਆ। ਤੇ ਉਹ ਨੋਟਿਸ ਹੋਣ ਦੇ ਬਾਵਜੂਦ ਵੀ ਅੱਜ ਦੀ ਸਾਰੀ ਦਿਹਾੜੀ ਉਹ ਕੰਮ ਜਿਹੜਾ ਉਹ ਚੱਲੀ ਗਿਆ। ਮੈਂ ਆਪਣੇ ਵੱਲੋਂ ਮੇਰੇ ਸਾਰੇ ਜਿੰਨੇ ਵੀ ਸਾਥੀ ਕੌਂਸਲਰ ਸਾਹਿਬਾਨ ਬੈਠੇ ਸੀ, ਜੋ ਵੀ ਕਰ ਸਕਦੇ ਸੀ, ਜਿੰਨੇ ਅਫਸਰਾਂ ਨਾਲ ਗੱਲ ਕਰਨੀ ਸੀ ਅਸੀਂ ਕਰ ਚੁੱਕੇ ਆ। ਪਰ ਉਹਨਾਂ ਦੇ ਬਾਵਜੂਦ, ਰੋਕਣ ਦੇ ਬਾਵਜੂਦ, ਆਈ ਡੋਂਟ ਨੋ ਕਿ ਉਹਨਾਂ ਨੇ ਕੀ ਸਟੈਪ ਲਏ ਕੀ ਨਹੀਂ ਲਏ, ਪਰ ਹਲੇ ਤੱਕ ਅੱਜ ਡਿਵੈਲਪ ਯੁੱਗ ਦੇ ਵਿੱਚ, ਮੀਡੀਆ ਦੇ ਯੁੱਗ ਦੇ ਵਿੱਚ, ਜਿੱਥੇ ਕਮਿਊਨੀਕੇਸ਼ਨ ਜਿਹੜਾ ਲੈਵਲ ਆ ਐਡਾ ਫਾਸਟ ਆ, ਉਹਦੇ ਵਿੱਚ ਵੀ, ਔਰ ਜਿੱਥੇ ਆਪਾਂ ਸੁਣਨ ਨੂੰ ਮਿਲ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਨਜਾਇਜ਼ ਕਬਜ਼ਿਆਂ ਨੂੰ ਹਟਾ ਰਹੀ ਆ। ਅਸੀਂ ਕੱਲ ਪਰਸੋਂ ਵੀ ਵੀਡੀਓ ਦੇਖ ਰਹੇ ਸੀ ਜਲੰਧਰ 'ਚ ਕਿੱਦਾਂ ਨਜਾਇਜ਼ ਕਬਜ਼ਿਆਂ ਦੇ ਉੱਤੇ ਪੰਜਾ ਜਿਹੜਾ ਪੀਲਾ ਪੰਜਾ ਨਗਰ ਕੌਂਸਲ ਦਾ ਚੱਲਿਆ। ਇਸ ਦੇ ਬਾਵਜੂਦ ਵੀ ਕਿੱਥੇ ਗਿਆ ਉਹ ਸਰਕਾਰ ਦਾ ਜਿਹੜਾ ਬਣ ਰਿਹਾ ਜਿਹੜੇ ਐਫਰਟ ਆ ਉੱਥੇ ਹੁੰਦੇ ਮੈਨੂੰ ਨਵਾਂ ਸ਼ਹਿਰ 'ਚ ਤਾਂ ਦਿਖ ਨਹੀਂ ਰਹੇ। ਸੋ ਇੱਥੋਂ ਤਾਂ ਮੈਨੂੰ ਇਹੀ ਜਾਪਦਾ ਕਿ ਸ਼ਾਇਦ ਸਰਕਾਰ ਦੇ ਕੁਝ ਨੁਮਾਇੰਦੇ ਵੀ ਉਹਨਾਂ ਦਾ ਸਾਥ ਦੇ ਰਹੇ ਆ ਉਸ ਪ੍ਰਾਈਵੇਟ ਪਰਸਨ ਦਾ, ਇਸ ਇਲੀਗਲ ਕੰਮ ਦੇ ਵਿੱਚ, ਜਿਹੜਾ ਇੰਨੀ ਸ਼ਹਿਰ ਦੇ ਉੱਤੇ ਉਹ ਬਿਨਾਂ ਡਰ ਤੋਂ, ਬਿਨਾਂ ਅਫਸਰਾਂ ਦੀ ਡਰ ਤੋਂ ਕੰਮ ਕਰ ਰਿਹਾ। ਔਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹੁੰਦਾ ਕਿ ਮੈਂ ADC ਸਾਹਿਬ ਦੀ, ਜਿਹੜੇ ਮਾਨਯੋਗ ਸਾਡੇ ਵਰਮਾ ਜੀ, ਉਹਨਾਂ ਦੀ ਸਿਫਤ ਕਰਨੀ ਚਾਹੁੰਦਾ। ਉਹਨਾਂ ਨੇ ਆਪਣੇ ਵੱਲੋਂ ਵਧੀਆ ਕਾਫੀ ਸਖਤ ਆਰਡਰ ਵੀ ਅੱਜ ਜਿਹੜੇ ਆ ਉਹ ਪਾਸ ਕੀਤੇ ਸਾਡੇ EO ਸਾਹਿਬ ਨੂੰ ਰੁਕਾਉਣ ਵਾਸਤੇ। ਉਹ ਮੈਂ ਤੁਹਾਨੂੰ ਥੋੜੀ ਦੇਰ 'ਚ ਦਿਖਾਉਣਾ। ਉਹਨਾਂ ਨੇ ਉਹਦੇ 'ਚ ਸਾਫ਼ ਲਿਖਿਆ ਸੀ ਕਿ ਜੇ ਇਹ ਉਸਾਰੀ ਨਾ ਰੋਕੀ ਗਈ ਤਾਂ ਉਹ EO ਸਾਹਿਬ ਦੇ ਉੱਤੇ ਵੀ ਕੋਈ ਜੋ ਵੀ ਲੀਗਲ ਐਕਸ਼ਨ ਬਣਦਾ ਹੋਊਗਾ ਕਰੂਗੇ। ਪਰ ਉਸ ਸਖਤ ਚਿੱਠੀ ਦੇ ਬਾਵਜੂਦ ਵੀ ਜਿਹੜੀ ਅੱਜ ਦੀ ਸਵੇਰ ਦੀ ਜਾਰੀ ਹੋਈ ਆ, ਕੋਈ ਐਕਸ਼ਨ ਜਿਹੜਾ ਲਿਆ ਹੋਇਆ ਨਹੀਂ ਜਾਪਦਾ। ਉਸਾਰੀ ਪੂਰਾ ਦਿਨ ਅੱਜ ਉਹ ਇੱਦਾਂ ਹੀ ਚੱਲਦੀ ਰਹੀ ਆ। ਸੋ ਮੈਂ ਸਮਝਦਾ ਕਿ ਕਿਆ ਇਹ ਸਰਕਾਰ ਇੱਕ ਦਿਖਾਵਾ ਕਰ ਰਹੀ ਆ। ਜਿਹੜੇ ਨਜਾਇਜ਼ ਕਬਜ਼ਿਆਂ ਵਾਲੀ ਗੱਲ ਸੁਣਦੇ, ਜੇ ਆਪਾਂ ਪਿੰਡਾਂ ਦੇ ਵਿੱਚ ਸਸਤੀਆਂ ਜ਼ਮੀਨਾਂ ਦੇ ਕਬਜ਼ੇ ਛਡਾ ਦਿੱਤੇ ਤੇ ਸ਼ਹਿਰਾਂ 'ਚ ਕਰੋੜਾਂ ਦੀਆਂ ਮਹਿੰਗੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਵਾ ਦਿੱਤੇ, ਤਾਂ ਮੈਂ ਸਮਝਦਾ ਇਸ ਮੁਹਿੰਮ ਦਾ, ਸਰਕਾਰ ਦੀ ਦਾ ਕੋਈ ਅਸਰ ਹੁੰਦਾ ਮੈਨੂੰ ਜਾਪਦਾ ਨਹੀਂ ਪਿਆ। ਤੋ ਮੇਰੀ ਇਹੀ ਬੇਨਤੀ ਆ ਸਾਰੇ ਨਵਾਂ ਸ਼ਹਿਰ ਦੀ ਜਨਤਾ ਦੇ ਉੱਤੇ, ਸਾਰੇ ਜਿੰਨੇ ਸਾਡੇ ਨੁਮਾਇੰਦੇ ਆ, ਜਿੰਨੇ ਅਫਸਰ ਸਾਹਿਬਾਨ ਆ, ਸਰਕਾਰ ਦੇ ਨੁਮਾਇੰਦੇ ਆ, ਜਿੰਨੇ ਚੁਣੇ ਹੋਏ ਸ਼ਹਿਰ ਦੇ ਨੁਮਾਇੰਦੇ MC ਸਾਹਿਬਾਨ ਆ, ਕਿ ਇਸ ਮੈਟਰ ਦੇ ਵਿੱਚ ਸਾਡਾ ਸਾਥ ਦਿਓ। ਮਤਲਬ ਮੈਂ ਜੋ ਸਮਝਿਆ ਕਿ ਤੁਹਾਡੀਆਂ ਦੋ ਮੇਨ ਮੰਗਾਂ, ਕਿ ਇੱਕ ਤਾਂ ਜਿਹੜੀ ਨਗਰ ਕੌਂਸਲ ਦੀ ਜਗ੍ਹਾ ਆ ਉਹਦੀ ਨਿਸ਼ਾਨਦੇਹੀ ਕਰਾਈ ਜਾਵੇ, ਬਿਲਕੁਲ। ਦੂਸਰੀ ਜਿਹੜੀ ਇਹ ਕੰਸਟਰਕਸ਼ਨ ਆ ਇਹ ਨਕਸ਼ਾ ਪਾਸ ਹੋਏ ਤੋਂ ਬਗੈਰ ਨਾ ਹੋਵੇ। ਯੈਸ।
ਬਿਲਕੁਲ ਇਹ ਇਸ ਵੇਲੇ ਸਾਡੀ ਕਰੰਟ ਇਹੀ ਡਿਮਾਂਡ ਆ ਕਿ ਕਿਉਂਕਿ ਜਦ ਤੱਕ ਸਾਡੀ ਸਾਫ ਹੋ ਜਵੇ ਵੀ ਤੁਹਾਡੀ ਜਗ੍ਹਾ ਬਿਲਕੁਲ ਕਿਹੜੀ ਆ ਯੈਸ ਤਾਂ ਕਿ ਕੋਈ ਡਿਸਪਿਊਟ ਰਵੇ ਨਾ। ਅਸੀਂ ਕਿਸੇ ਵੀ ਬੰਦੇ ਦੇ ਖਿਲਾਫ ਨਹੀਂ, ਸਾਨੂੰ ਸਿਰਫ ਆਪਣੀ ਕਮੇਟੀ ਦਾ ਇੰਟਰਸਟ ਚਾਹੀਦਾ ਕਿ ਸਾਡੀ ਜਗ੍ਹਾ ਨਾ ਮੱਲ ਹੋ ਜਾਵੇ। ਕੰਸਟਰਕਸ਼ਨ ਕਰਾ ਰਿਹਾ, ਨਕਸ਼ਾ ਪਾਸ ਕਰਾਵੇ ਤਾਂ ਕਰਾਵੇ। ਤੁਸੀਂ ਵੀ ਦੱਸੋ ਥੋੜਾ। ਦੂਜੀ ਗੱਲ ਇਹ ਵੀ ਹੈਗੀ ਆ ਵੀ ਜਿਹੜੀ ਉਹਨੇ ਮਿਣਤੀ ਕਰਾਈ ਹੈ, ਜੇ ਅਸੀਂ ਪਾਰਟੀ ਆ ਸਾਡੀ ਮਿਊਨਿਸਪਲ ਕੌਂਸਲ, ਸਾਡਾ ਕੋਈ ਨੁਮਾਇੰਦਾ, ਸਾਡਾ ਕੋਈ ਆਫੀਸਰ ਉੱਥੇ ਪ੍ਰੈਜ਼ੈਂਟ ਨਹੀਂ ਹੈਗਾ, ਉਹਦੇ ਉਸ ਮਿਣਤੀ ਦੀ ਉਹਦੀ ਹਾਜ਼ਰੀ ਵਿੱਚ ਨਹੀਂ ਹੋਈ ਤਾਂ ਉਹ ਮਿਣਤੀ ਵੀ ਮੰਨਣਯੋਗ ਨਹੀਂ। ਉਹ ਤਾਂ ਉਹ ਕਹਿ ਰਿਹਾ ਨਾ, ਉਹ ਆਪ ਕਹਿ ਰਿਹਾ ਪਤਾ ਨਹੀਂ ਹੋਈ ਕਿ ਨਹੀਂ ਹੋਇਆ। ਆਪ ਤਾਂ 20 ਗੱਲਾਂ ਬੰਦਾ ਬੋਲਦਾ ਰਹਿੰਦਾ। ਤੁਸੀਂ ਕਹਿੰਦੇ ਆ ਕਿ ਸਾਡਾ ਪ੍ਰਤੀਨਿਧੀ ਨਹੀਂ ਗਿਆ, ਕੀ ਤੁਸੀਂ ਜਾਣਦੇ ਆ ਕਿ ਈਓ ਜਾਂ ਕੋਈ ਹੋਰ ਆਫੀਸਰ ਤੋਂ ਗਏ ਜਾਂ ਨਹੀਂ? ਮਤਲਬ ਮਿਣਤੀ ਵੇਲੇ ਨਹੀਂ ਗਏ, ਇਹ ਕਨਫਰਮ ਕਿਉਂਕਿ ਸਾਡੀ ਨੌਲੇਜ ਵਿੱਚ ਵੀ ਨਹੀਂ ਹੈਗਾ। ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਐਟਲੀਸਟ ਪ੍ਰਧਾਨ ਨੂੰ ਵੀ ਸੱਦਣਾ ਚਾਹੀਦਾ, ਕਿਉਂਕਿ ਸਾਡੀ ਐਡੀ ਮਹਿੰਗੀ ਪ੍ਰਾਪਰਟੀ ਹੈ, ਕੋਈ ਐਵੇਂ ਤੈਵੇਂ ਗੱਲ ਨਹੀਂ ਸੀ। ਸਾਨੂੰ ਸਾਰਿਆਂ ਨੂੰ ਕਾਉਂਸਲਰਸ ਨੂੰ ਵੀ ਇੰਟੀਮੇਟ ਹੋਣਾ ਚਾਹੀਦਾ ਸੀ, ਅਫਸਰ ਸਾਹਿਬਾਨਾਂ ਨੂੰ ਵੀ ਇੰਟੀਮੇਟ ਹੋਣਾ ਚਾਹੀਦਾ ਸੀ। ਕਿਸੇ ਨੂੰ ਨਹੀਂ ਦੱਸਿਆ, ਆਪੇ ਬਾਹਰੋਂ ਬਾਹਰ ਕਿਹੜੀ ਨਿਸ਼ਾਨਦੇਹੀ ਹੁੰਦੀ ਮੈਨੂੰ ਅੱਜ ਤੱਕ ਨਹੀਂ ਸਮਝ ਆਈ। ਜਿਹੜੀ ਨਿਸ਼ਾਨਦੇਹੀ ਕਰਾਈ ਆ ਉਹਦੀ ਤੁਹਾਡੇ ਕੋਲ ਕਾਪੀ ਹੈ? ਕਿਉਂਕਿ ਜਿਸ ਵੇਲੇ ਨਿਸ਼ਾਨਦੇਹੀ ਕਰਾਉਂਦੇ ਆ ਨਾ, ਜਿਹੜੇ ਖੱਬੇ ਸੱਜੇ ਹੁੰਦੇ ਆ ਉਹਦੇ ਕੋਲ ਬਕਾਇਦਾ ਸਾਈਨ ਲੈ ਜਾਂਦੇ ਆ। ਮੈਂ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਾਣੀ ਆ, ਮੇਰੇ ਨਾਲ ਜਿਹੜੀ ਉਹਦੇ ਸਾਈਨ ਹੁੰਦੇ ਆ, ਲੰਬੜਦਾਰ ਦੇ ਸਾਈਨ ਹੁੰਦੇ ਆ। ਦੇਖੋ ਉਹਦੀ ਤਸੱਲੀ ਹੋਣੀ ਜ਼ਰੂਰੀ ਹੁੰਦੀ। ਦੇਖੋ ਉਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਸ ਜਗ੍ਹਾ ਦੇ ਵਿੱਚ ਜਿਹੜੇ ਜਗ੍ਹਾ ਦੀ ਉਹਨਾਂ ਨੇ ਨਿਸ਼ਾਨਦੇਹੀ ਕਰਾਈ 1880, ਉਸ ਨੰਬਰ ਦੇ ਵਿੱਚ ਹੀ 58 ਤੋਂ 60 ਬੰਦੇ ਆ। ਕਿਆ ਉਹਨਾਂ ਸਾਰਿਆਂ ਦੇ ਸਾਈਨ ਹੈ? ਤੁਸੀਂ ਇਹ ਆਪਾਂ ਹੁਣ ਮੈਂ ਆਰਟੀਆਈ ਰਾਹੀਂ ਕਢਾਊਂਗਾ ਜੀ ਉਹ ਕਿਸ ਢੰਗ ਨਾਲ ਉਹ ਹੋਈ ਆ, ਤੇ ਫਿਰ ਆਪਾਂ ਦੇਖਾਂਗੇ ਉਹਦੇ ਵਿੱਚ ਕੀ ਕੀਤਾ ਗਿਆ ਤੇ ਆਪਾਂ ਕਾਨੂੰਨੀ ਕੀ ਕਰ ਸਕਦੇ ਆ। ਔਰ ਸਭ ਤੋਂ ਵੱਡੀ ਗੱਲ, ਇਹ ਜਿਹੜੇ 1880 ਨੰਬਰ ਆ, ਇਹਦੇ ਵਿੱਚ ਰੈੱਡ ਕਰਾਸ ਸੁਸਾਇਟੀ ਦੇ ਆ ਵੀ ਕੁਝ ਰਕਬਾ ਬੋਲਦਾ ਆ ਫਰਦ ਦੇ ਵਿੱਚ। ਔਰ ਮੈਂ ਸਮਝਦਾ ਕਿ ਡੀਸੀ ਸਾਹਿਬ ਹੀ ਰੈੱਡ ਕਰਾਸ ਸੁਸਾਇਟੀ ਦੇ ਹੈੱਡ ਹੁੰਦੇ ਆ, ਉਹਨਾਂ ਦਾ ਵੀ ਇਹ ਇੰਟਰਸਟ ਬਣਦਾ ਕਿ ਬਿਨਾਂ ਨਿਸ਼ਾਨਦੇਹੀ ਤੋਂ, ਬਿਨਾਂ ਤਕਸੀਮ ਹੋਏ ਉਹਦੇ ਉਸ ਜਗ੍ਹਾ ਦੇ ਉੱਤੇ ਕਬਜ਼ਾ ਵੈਸੇ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਉੱਥੇ ਰੈੱਡ ਕਰਾਸ ਸੁਸਾਇਟੀ ਦੀ ਵੀ ਜਗ੍ਹਾ ਬੋਲਦੀ ਹੈ। ਜਿਸ ਵੇਲੇ ਅਪਰੋਚਮੈਂਟ ਹਟਾਈ ਸੀ ਉਹਦੇ ਕੋਈ ਡਾਕੂਮੈਂਟ ਤੁਹਾਡੇ ਕੋਲ ਹੈਗੇ ਆ? ਉਹਦੀਆਂ ਤਾਂ ਵੀਡੀਓਜ਼ ਪ੍ਰੈਸ ਦੇ ਵਿੱਚ ਖਬਰਾਂ ਵੀ ਲੱਗੀਆਂ ਹੋਈਆਂ, ਪ੍ਰੈਸ ਦੇ ਵਿੱਚ ਵੀ ਆਈਆਂ ਖਬਰਾਂ ਨੂੰ ਲੈ ਕੇ ਤੁਸੀਂ ਉਹਦੇ ਸੰਬੰਧ ਵਿੱਚ ਡੀਸੀ ਸਾਹਿਬ ਨਾਲ ਗੱਲ ਕੀਤੀ ਕੋਈ? ਕਿਆ ਅਪਰੋਚਮੈਂਟ ਹੋਈ ਸੀ ਉਹਨੇ? ਡੀਸੀ ਸਾਹਿਬ ਆਪ ਢਾ ਕੇ ਗਏ, ਉਹ ਆਪ ਮੌਜੂਦ ਸੀ, ਡੀਸੀ ਸਾਹਿਬ ਮੌਜੂਦ ਸੀ, ਏਡੀਸੀ ਸਾਹਿਬ ਆਪ ਪ੍ਰੈਜ਼ੈਂਟ ਸੀ। ਇਹਦੇ ਤਾਂ ਤੁਸੀਂ ਆਪਣੇ ਦਬਾਅ ਦੀ ਗੱਲ ਕਰਦੇ ਸੀ। ਹਾਂਜੀ ਆ ਜਾਓ, ਚਾਹ ਬਣੀ ਵੀ। ਤੁਸੀਂ ਜਲਾਲਪੁਰ ਜੀ ਨੂੰ ਮਿਲ ਚੁੱਕੇ, ਜਲਵਾਜ ਨੂੰ ਮਿਲ ਚੁੱਕੇ, ਫਿਰ ਦਬਾਅ ਕਿਹਦਾ? ਦੇਖੋ ਮੈਂ ਕਿਸੇ ਦਾ ਪਾਰਟਿਕੂਲਰ ਨਾਮ ਨਹੀਂ ਲੈਣਾ ਚਾਹੁੰਦਾ, ਮੈਨੂੰ ਨਹੀਂ ਪਤਾ ਕਿਹਦਾ ਦਬਾਅ ਆ। ਕਿਸੇ ਦਾ ਤਾਂ ਹੋਊਗਾ ਜਿਹੜਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ, ਇੰਨੀਆਂ ਜ਼ਿਆਦਾ ਕੰਪਲੇਂਟਸ ਪੈਣ ਦੇ ਬਾਵਜੂਦ, ਐਡੇ ਵੱਡੇ ਲੈਵਲ ਦੇ ਉੱਤੇ ਪੰਜਾਬ ਦੇ ਹਾਈ ਅਫੀਸ਼ੀਅਲਸ ਨੂੰ ਕੰਪਲੇਨ ਦੇ ਬਾਵਜੂਦ ਵੀ ਜਿਹੜੀ ਉਹ ਨਜਾਇਜ਼ ਉਸਾਰੀ ਨਹੀਂ ਰੁਕ ਰਹੀ, ਤਾਂ ਕਿਸੇ ਦਾ ਤਾਂ ਹੋਏਗਾ। ਨਹੀਂ, ਮੈਂ ਹਲੇ ਨਾਮ ਨਹੀਂ ਲੈਣਾ ਚਾਹੂੰਗਾ, ਲੇਕਿਨ ਜੇ ਆਉਣ ਵਾਲੇ ਸਮੇਂ ਵਿੱਚ ਕੁਝ ਨਾ ਹੋਇਆ ਆਉਣ ਵਾਲੇ 1-2 ਦਿਨਾਂ ਦੇ ਵਿੱਚ, ਤਾਂ ਸ਼ਾਇਦ ਜੇ ਨਾਮ ਵੀ ਲੈਣਾ ਪਊਗਾ ਤਾਂ ਮੈਂ ਨਾਮ ਵੀ ਖੁੱਲ ਕੇ ਲਵਾਂ। ਮੌਜੂਦਾ ਪੰਜਾਬ ਸਰਕਾਰ ਤਾਂ ਨਜਾਇਜ਼ ਕਬਜ਼ੇ ਨਗਰ ਕੌਂਸਲ ਦੇ ਪੰਚਾਇਤਾਂ ਦੇ ਹਟਵਾ ਰਹੀ ਆ, ਇੱਥੇ ਹੋ ਰਹੇ ਆ। ਇਹੀ ਤਾਂ ਆਪਾਂ ਕਹਿ ਰਹੇ ਆ। ਇਹਦੇ ਸੰਬੰਧ ਵਿੱਚ ਕੌਣ ਬੰਦਾ ਕਰਵਾ ਰਿਹਾ ਹੈ? ਜੇ ਆਮ ਆਦਮੀ ਪਾਰਟੀ ਦਾ ਨਾਮ ਲੈਣ ਤੇ ਗਰੀਜ ਵੀ ਨਹੀਂ ਕਰਨਾ ਚਾਹੀਦਾ। ਨਾਮ ਲਵਾਂਗੇ ਜੀ, ਬਸ ਤੁਹਾਨੂੰ ਥੋੜਾ ਜਿਹਾ ਸਮਾਂ ਦਿਓ ਜੀ। ਜਿਹੜਾ ਪਿੰਡਾਂ 'ਚ ਪੰਚਾਇਤਾਂ ਦੀਆਂ ਜ਼ਮੀਨਾਂ ਤੋਂ ਪੰਜਾਬ ਸਰਕਾਰ ਨਵੀਂ ਆਜ਼ਾਦੀ ਹੋਂਦ ਵਿੱਚ ਆਈ ਆ, ਉਹਨਾਂ ਨੇ ਕਬਜ਼ੇ ਛਡਾਏ ਆ, ਤਾਂ ਉਹ ਇੱਕ ਬਹੁਤ ਪ੍ਰਸ਼ੰਸਾ ਦੇ ਪਾਤਰ ਆ, ਬਿਲਕੁਲ, ਕਿਉਂਕਿ ਉਹ ਲੋਕਾਂ ਦੀ ਪਬਲਿਕ ਪ੍ਰਾਪਰਟੀ ਆ। ਵੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਆ ਜਾਂ ਆਪਾਂ ਜੋ ਤੜਫ ਰਹੇ ਆ, ਇਹ ਵੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਆ, ਆਪਾਂ ਸ਼ਹਿਰ ਦੇ ਲਈ, ਕਿਉਂਕਿ ਸ਼ਹਿਰ ਦੀ ਪ੍ਰਾਪਰਟੀ ਸਾਰੇ ਸ਼ਹਿਰ ਦੀ ਸਾਂਝੀ ਪ੍ਰਾਪਰਟੀ ਆ। ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਵੀ ਆ ਕਿ ਨਵਾਂ ਸ਼ਹਿਰ ਦੇ ਵਿੱਚ ਵੀ ਆਪਾਂ ਕੌਂਸਲ ਦੇ ਉੱਤੇ ਵੀ ਨਜ਼ਰਸਾਨੀ ਕਰੋ, ਤਾਂ ਜੋ ਇੱਥੇ ਵੀ ਕੋਈ ਇਦਾਂ ਦਾ ਨਾ ਹੋਵੇ ਕਿ ਨਜਾਇਜ਼ ਕਬਜ਼ੇ ਹੋਣ। ਅਸੀਂ ਤਾਂ ਛਡਵਾਉਣ ਦੀ ਆਸ ਰੱਖਦੇ ਹਾਂ ਪੰਜਾਬ ਸਰਕਾਰ। ਇਹ ਯੋਜਨਾ ਹੈਗੀ ਕਿ ਤੁਸੀਂ ਧਾਰੀਵਾਲ ਸਾਹਿਬ ਨੂੰ ਮਿਲਣ ਜਾਣ ਦੀ ਜਾਂ ਇਹਦੇ ਸੰਬੰਧ ਵਿੱਚ ਜਾਂ ਕੋਈ? ਜੇ ਸਾਡੀ ਸੁਣਵਾਈ ਨਹੀਂ ਹੋਊਗੀ ਤਾਂ ਆਪਾਂ ਜ਼ਰੂਰ ਜਾਵਾਂਗੇ। ਔਰ ਬਸ ਆਪਾਂ ਮੰਡੇ ਦੀ ਜਿਹੜੀ ਆ ਮੀਟਿੰਗ ਸੱਦੀ ਹੋਈ ਆ ਹਾਊਸ ਦੀ, ਇਸੇ ਸੰਬੰਧ ਵਿੱਚ ਆਪਾਂ ਸਪੈਸ਼ਲ ਇਹੀ ਮਤਾ ਪਾਇਆ ਆ। ਇਹਦੇ ਵਿੱਚ ਆਪਾਂ ਦੇਖਦੇ ਬਾਕੀ ਜਿੰਨੇ ਵੀ ਕੌਂਸਲਰ ਸਾਹਿਬਾਨ ਆ, ਬਾਕੀ ਉਹਨਾਂ ਦੀ ਵੀ ਰਾਏ ਲਈ ਜਾਊਗੀ। ਏਜੰਡੇ ਪਾਉਂਦੇ ਹੋ, ਅਸੀਂ ਕਈ ਵੇਲੇ ਚਲੋ ਘਰ ਬਹਿ ਕੇ ਵੀ ਦੇਖੀਦੇ, ਇੱਥੇ ਤਾਂ ਵੀ ਦੇਖਦੇ ਆ, ਸਾਰਿਆਂ ਨੂੰ ਇਕੁਅਲ ਟਾਈਮ ਨਹੀਂ ਮਿਲਦਾ। ਤੁਹਾਡੇ ਕਈ ਇੱਧਰ ਜਿਵੇਂ ਮੈਮ ਹੁਣੀ ਬੈਠੇ ਆ,
ਇਹਨੇ ਤਾਂ ਅਸੀਂ ਵਾਰੀ ਆਉਂਦੇ ਨਹੀਂ ਦੇਖਦੇ ਹਾਂ, ਉਹ ਲੱਗਦਾ ਕਿ 2-3 ਬੰਦੇ ਹੀ ਪੂਰੀ ਮੀਟਿੰਗ ਨੂੰ ਲੀਡ ਕਰਦੇ ਆ। ਬੰਦੇ ਸਾਰਾ ਗੱਲ ਟਾਈਮ ਸੁਣੀ ਨਹੀਂ ਜਾਂਦੀ, ਸਾਡੇ ਦੀ ਰੋਲਾ ਜ਼ਿਆਦਾ ਪੈਂਦਾ ਆ ਜਦ ਕਿ ਉਹਦੇ ਲਈ ਤੁਸੀਂ- ਰੌਲੀ ਪਾਲਣ ਨੇ ਜ਼ਿਆਦਾ ਕੁਛ ਏਦਾਂ ਦੇ ਵਿੱਚ ਉਹਦੇ ਲਈ ਹੈਗੇ ਤੁਸੀਂ ਆ, ਕੀ ਕਰ ਰਹੇ ਹੋ? ਸਕਦੇ ਹੁਣ ਸੀਰੀਅਸਲੀ ਗੱਲ ਨਹੀਂ ਨਾ Serious ਨਹੀਂ ਕਰਦੇ, ਤਮਾਸ਼ਾ ਕਰਦੇ ਆ ਹਰ ਵਾਰ ਮੀਟਿੰਗ ਸਿਰਫ ਹੱਲਾ ਗੁੱਲਾ ਦੇਖੋ ਜੇ ਕੁਝ ਕਾਉਂਸਲਰਸ ਨੂੰ ਇਦਾਂ ਲੱਗਦਾ ਜੀ ਤਾਂ ਮੇਰੇ ਹਿਸਾਬ ਨਾਲ ਇਹਨਾਂ ਨੂੰ ਸਵਾਲ ਬਣਾ ਕੇ ਪ੍ਰਧਾਨ ਜੀ ਨੂੰ ਟਾਈਮ ਲੈਣਾ ਚਾਹੀਦਾ ਕਿ ਪ੍ਰਧਾਨ ਜੀ ਸਾਨੂੰ ਵੀ ਟਾਈਮ ਦਿਓ, ਤਾਂ ਪ੍ਰਧਾਨ ਜੀ ਦੀ ਵੀ ਜ਼ਿੰਮੇਵਾਰੀ ਆ ਕਿ ਫਿਰ ਹਰੇਕ ਕਾਉਂਸਲਰ ਨੂੰ ਆਪਣਾ ਆਪਣਾ ਟਾਈਮ ਦੇ ਦਿਓ। ਹਾਂ ਜੀ ਬਿਲਕੁਲ ਠੀਕ ਹੈ ਜੀ।